ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਚਰਨਜੀਤ ਸਿੰਘ। ਤੁਸੀਂ ਦੇਖ ਰਹੇ ਆਪਣਾ YouTube ਚੈਨਲ। ਪਿਛਲੇ 2 ਹਫ਼ਤਿਆਂ ਤੋਂ ਕੀ ਚੱਲ ਰਿਹਾ ਆਪਾਂ ਸਾਰੇ ਜਾਣਦੇ ਹਾਂ, ਦੱਸਣ ਦੀ ਕੋਈ ਲੋੜ ਨਹੀਂ ਹੈ। ਧਰਨੇ ਲੱਗੇ, ਕਿਸਾਨਾਂ ਦੇ ਸਿਰ ਪਾੜੇ ਗਏ, ਬਹੁਤ ਕੁਝ ਹੋਇਆ। ਸੋ ਜਦੋਂ ਸੱਪ ਲੰਘ ਗਿਆ ਉਦੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਣਾ। ਹੁਣ ਟਾਈਮ ਹੈ, ਇਸ ਟਾਈਮ ਇਹ ਗੱਲਾਂ ਸੁਣਨ ਵਾਲੀਆਂ ਨੇ, ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਣ ਦੀ ਲੋੜ ਹੈ। ਜਦੋਂ ਨਵੀਆਂ ਇਹ ਬਿੱਲ ਪਾਸ ਹੋਣ ਦੀਆਂ ਖਬਰਾਂ ਆਈਆਂ ਸੀ ਤਾਂ ਆਪਣੇ ਵਿੱਚ ਵੀ, ਕਿਸਾਨਾਂ ਦੇ ਵਿੱਚ ਵੀ ਕੁਝ ਸੱਪ ਹੈਗੇ ਨੇ ਜਿਨ੍ਹਾਂ ਨੂੰ ਬੜਾ ਚਾਅ ਚੜਿਆ ਸੀ। ਚਾਅ ਕਿਉਂ ਚੜਿਆ ਸੀ ਕਿ ਪ੍ਰਾਈਵੇਟ ਖਰੀਦ ਸ਼ੁਰੂ ਹੋ ਜਾਣੀ ਹੈ। ਜੇ ਅਸੀਂ ਕੋਈ 1,50,000 ਕਿਸੇ ਆੜ੍ਹਤੀ ਦਾ ਦੇਣਾ ਹੈ ਤਾਂ ਸਾਨੂੰ ਉਹ ਦੇਣਾ ਨਹੀਂ ਪਵੇਗਾ। ਬੜੀ ਜ਼ਿਆਦਾ ਮਾੜੀ ਗੱਲ ਹੈ, ਬੜੀ ਜ਼ਿਆਦਾ ਆਪਣੀ ਮਾੜੀ ਸੋਚ ਹੈ, ਗੰਦੀ ਸੋਚ ਹੈ। ਇਹਨਾਂ ਹੀ ਆਪਣੀਆਂ ਕਮੀਨਗੀਆਂ ਨੇ ਬੇੜਾ ਗਰਕ ਕਰਵਾਉਣਾ ਹੈ। ਅਗਲੇ ਬੰਨੇ ਜਾ ਕੇ ਇਹਨਾਂ ਚੀਜ਼ਾਂ ਦੇ ਇੰਨੇ ਕੁ ਜ਼ਿਆਦਾ ਮਾੜੇ ਪ੍ਰਭਾਵ ਪੈਣੇ ਆ, ਤੁਸੀਂ ਸੋਚ ਨਹੀਂ ਸਕਦੇ। ਹੁਣ ਤੁਸੀਂ ਅੰਦਰ ਵੜ ਕੇ ਬਹਿ ਜਾਓ, ਜੋ ਮਰਜ਼ੀ ਕਰੋ, ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ। ਅਸੀਂ ਜਿੰਨੀ ਇੱਕ ਵੀਡੀਓ ਛੱਡ ਕੇ ਲੱਖਾਂ ਵੀਡੀਓ ਪਾ ਦਈਏ, ਤੁਸੀਂ ਆਪਣੀ ਮਰਜ਼ੀ ਹੀ ਕਰਨੀ ਹੈ। ਹੁਣ ਤੁਸੀਂ ਆਪਣੀਆਂ ਮਰਜ਼ੀਆਂ ਕਰੋ, ਜੋ ਕਰਨਾ ਕਰੋ। ਤੁਹਾਡੇ ਪੁੱਤ ਪੋਤਰੇ ਰੋਇਆ ਕਰਨਗੇ। ਰੋਇਆ ਕਿਹਨੂੰ ਕਰਨਗੇ? ਸਰਕਾਰਾਂ ਨੂੰ ਨਹੀਂ ਰੋਇਆ ਕਰਨਗੇ, ਤੁਹਾਡੀ ਜਾਨ ਨੂੰ ਰੋਇਆ ਕਰਨਗੇ ਕਿ ਸਾਡੇ ਬਜ਼ੁਰਗਾਂ ਨੇ ਉਸ ਟਾਈਮ ਇਹ ਕਿਹੋ ਜਿਹੀਆਂ ਕਰਤੂਤਾਂ ਕੀਤੀਆਂ, ਜਥੇਬੰਦੀਆਂ ਦੇ ਨਾਲ ਨਹੀਂ ਤੁਰੇ ਜਾਂ ਆਪਣੀਆਂ ਮਨ ਮਰਜ਼ੀਆਂ ਕਰਨ ਲਈ ਸਾਨੂੰ ਇੰਨਾ ਚਾਅ ਹੈ। ਮੈਂ ਹੈਰਾਨ ਹੁੰਦਾ ਉਹਨਾਂ ਕਿਸਾਨਾਂ 'ਤੇ, ਉਹਨਾਂ ਜ਼ਿਮੀਂਦਾਰਾਂ 'ਤੇ ਜਿਹੜੇ ਚਾਅ ਨਾਲ ਕਹਿੰਦੇ ਨੇ ਕਿ ਅਸੀਂ ਬਾਹਰ ਪ੍ਰਾਈਵੇਟ ਆਪਣੀਆਂ ਫਸਲਾਂ ਨੂੰ ਵੇਚਾਂਗੇ। ਬੇੜਾ ਗਰਕ ਹੋ ਜਾਣਾ। ਇਹ ਜਿਹੜੀਆਂ ਚੀਜ਼ਾਂ ਇਹਨਾਂ ਦਾ ਅੱਗੇ ਆ ਕੇ ਬਹੁਤ ਵੱਡੇ ਪ੍ਰਭਾਵ ਪੈਣੇ ਆ। ਸੁਣਨ ਨੂੰ ਇਹ ਚੀਜ਼ਾਂ ਛੋਟੀਆਂ ਲੱਗਦੀਆਂ ਨੇ, ਹੁਣ ਅੱਗੇ ਜਾ ਕੇ ਜਦੋਂ 3-4 ਸਾਲਾਂ 'ਤੇ ਇਹਨਾਂ ਚੀਜ਼ਾਂ ਦੇ ਪ੍ਰਭਾਵ ਪੈਣੇ ਆ, ਤੁਹਾਡੇ ਹੱਥ ਵੱਢੇ ਜਾਣੇ ਆ, ਕੁਝ ਨਹੀਂ ਹੋਣਾ। ਤੁਸੀਂ ਬਾਹਰਲਿਆਂ ਮੁਲਕਾਂ ਦੀਆਂ ਉਦਾਹਰਨਾਂ ਦਿੰਦੇ ਹੋ। ਬਾਹਰਲੇ ਮੁਲਕਾਂ ਦੇ ਕਿਸਾਨ ਇੰਨੇ ਕੁ ਜ਼ਿਆਦਾ ਤਗੜੇ ਨੇ, ਉਹਨਾਂ ਕੋਲ ਜ਼ਮੀਨ ਹਜ਼ਾਰਾਂ ਏਕੜ ਜ਼ਮੀਨ ਦੀ ਵਾਹੀ ਕਰਦੇ ਨੇ। ਤੁਸੀਂ ਇੱਥੇ ਜਿਹੜਾ ਮਾੜਾ ਕਿਸਾਨ ਹੈ, ਇਹ ਇਕੱਲਾ ਕਿਸਾਨ ਖਤਮ ਨਹੀਂ ਹੋਣਾ। ਜਿੰਨੇ ਵਰਗ ਦੇ ਲੋਕ ਨੇ, ਅੱਜ ਤੁਸੀਂ ਕਿਸਾਨ ਦੇ ਨਾਲ ਨਹੀਂ ਤੁਰਦੇ, ਜਿੰਨੀਆਂ ਛੋਟੀਆਂ ਮੋਟੀਆਂ ਦੁਕਾਨਾਂ ਨੇ, ਜਿੰਨੇ ਰੁਜ਼ਗਾਰ ਨੇ, ਸਾਰਿਆਂ ਦਾ ਬੇੜਾ ਨਾਲ ਬਹਿਣਾ ਹੈ। ਜੇ ਕਿਸਾਨੀ ਖਤਮ ਹੋ ਗਈ, ਹੋ ਜਾਣੀ ਹੈ, ਕੁਝ ਸਾਲਾਂ ਦੇ ਵਿੱਚ ਹੋ ਜਾਣੀ ਹੈ, ਪੱਕਾ ਲਿਖ ਕੇ ਰੱਖ ਲਓ। ਕਿਉਂਕਿ ਸਰਕਾਰ ਜਦੋਂ ਕਿਸੇ ਸ਼੍ਰੇਣੀ ਦੀ ਦੁਸ਼ਮਣ ਬਣ ਜਾਏ, ਉਹ ਸ਼੍ਰੇਣੀ ਬਹੁਤਾ ਚਿਰ ਨਹੀਂ ਕੱਢਦੀ। ਸਰਕਾਰ ਦੁਸ਼ਮਣ ਬਣ ਗਈ ਹੈ, ਰੌਲਾ ਪਾ ਸਕਦੇ ਹਾਂ ਆਪਾਂ, ਹੋਰ ਕੁਝ ਨਹੀਂ ਕਰ ਸਕਦੇ। ਪ੍ਰਭਾਵ ਇਹਨਾਂ ਚੀਜ਼ਾਂ ਦੇ ਪੈਣੇ ਹੀ ਪੈਣੇ ਆ, ਭਾਵੇਂ ਹੁਣ ਪੈ ਜਾਣ, ਭਾਵੇਂ ਕੋਈ ਸਮੇਂ ਤੱਕ ਪੈ ਜਾਣ। ਆਪਾਂ ਰੌਲਾ ਪਾ ਸਕਦੇ ਹਾਂ, ਮਰਦਾ ਬੰਦਾ ਜੇ ਕਿਤੇ ਹੱਥ ਨਹੀਂ ਪੈਂਦਾ ਤਾਂ ਰੌਲਾ ਪਾ ਸਕਦੇ ਹਾਂ, ਹੋ ਸਕਦਾ ਹੈ ਆਪਣੀ ਸੁਣਵਾਈ ਹੋ ਜਾਵੇ। ਪਰ ਜੇ ਹੁਣ ਆਪਾਂ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਤਾਂ ਯਾਦ ਰੱਖਿਓ, ਪ੍ਰਭਾਵ ਬਹੁਤ ਵੱਡੇ ਪੈਣੇ ਆ। ਤੁਸੀਂ ਚਾਹ ਕੇ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਨਹੀਂ ਸਕਣਾ। ਇੰਨਾ ਕੁ ਜ਼ਿਆਦਾ ਤੁਹਾਡੇ ਚਾਰ ਚੁਫੇਰੇ, ਤੁਹਾਡੇ ਆਲੇ ਦੁਆਲੇ ਇੱਕ ਜਾਲ ਪੈਦਾ ਹੋ ਜਾਣਾ ਹੈ। ਤੁਸੀਂ ਉਸ ਜਾਲ ਦੇ ਵਿੱਚ ਇੱਕ ਨਹੀਂ ਫਸ ਗਏ, ਪੈਰ ਪਿਛਾਂਹ ਨਹੀਂ ਆਉਣਾ। ਅਕਾਲੀਆਂ ਕਾਂਗਰਸ ਪਿੱਛੇ ਆਪਾਂ ਬੜੇ ਜ਼ਿਆਦਾ ਲੜੇ ਆ। ਜਿਹੜੇ ਨੌਜਵਾਨ ਨੇ, ਮੇਰੀ ਉਮਰ ਦੇ ਮੁੰਡੇ ਨੇ, ਆਪਾਂ ਸਿੱਧੂ ਮੂਸੇਵਾਲਾ, ਬੱਬੂ ਮਾਨ, ਇਹਨਾਂ ਦੇ ਪਿੱਛੇ ਬੜਾ ਜ਼ਿਆਦਾ ਲੜ ਲਿਆ, ਬਹੁਤ ਕੁਝ ਕਰ ਲਿਆ ਹੈ ਨਾ। ਪਰ ਜਿੱਥੇ ਲੜਨ ਦੀ ਲੋੜ ਹੈ ਉੱਥੇ ਲੜੀਏ ਆਪਾਂ। ਹੁਣ ਇੱਥੇ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਣ ਦੀ ਲੋੜ ਹੈ। ਇਹਨਾਂ ਚੀਜ਼ਾਂ ਦੇ ਜੇ ਹੁਣ ਆਪਾਂ ਧਿਆਨ ਨਹੀਂ ਦਿੰਦੇ, ਅੱਗੇ ਜਾ ਕੇ ਰੋ ਲਿਓ, ਪਿੱਟ ਲਿਓ, ਕੁਝ ਕਰ ਲਿਓ, ਕੁਝ ਨਹੀਂ ਜੇ ਹੋਣਾ। ਇਕੱਲੇ ਕਿਸਾਨ ਨੂੰ, ਇਕੱਲੇ ਜ਼ਿਮੀਂਦਾਰ ਬੰਦੇ ਨੂੰ ਡਰ ਨਹੀਂ ਹੈ, ਇਕੱਲੇ ਜ਼ਿਮੀਂਦਾਰ ਬੰਦੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਹੈ। ਸਾਰੇ ਵਰਗ ਦੇ ਲੋਕ, ਜਿੰਨੇ ਬੰਦੇ ਪਿੰਡਾਂ ਦੇ ਵਿੱਚ, ਜਿੰਨੇ ਪਰਿਵਾਰ ਰਹਿੰਦੇ ਨੇ, ਉਹਨਾਂ ਸਾਰਿਆਂ ਦੇ ਉੱਪਰ ਪ੍ਰਭਾਵ ਪੈਣਾ, ਇਕੱਲੇ ਕਿਸਾਨ 'ਤੇ ਪ੍ਰਭਾਵ ਨਹੀਂ ਪੈਣਾ। ਜਿਹੜਾ ਪਿੰਡ ਹੈ, ਪਿੰਡ ਦੇ ਵਿੱਚ ਕੋਈ ਦੁਕਾਨ ਹੈ, ਕੋਈ ਵੀ ਚੀਜ਼ ਹੈ, ਹਰ ਇੱਕ ਚੀਜ਼ ਦੇ ਉੱਪਰ ਇਸ ਚੀਜ਼ ਦਾ ਪ੍ਰਭਾਵ ਪੈਣਾ ਹੈ। ਹੌਲੀ ਹੌਲੀ ਤੁਹਾਡੀਆਂ ਪੀੜ੍ਹੀਆਂ ਨੂੰ ਇਹਨਾਂ ਚੀਜ਼ਾਂ ਦਾ ਜ਼ਹਿਰ ਚੜ੍ਹਨਾ ਹੈ। ਤੁਸੀਂ ਚਾਹ ਕੇ ਵੀ ਬਾਅਦ ਦੇ, ਹੁਣ ਤੁਸੀਂ ਇਸ ਟਾਈਮ ਤੁਸੀਂ ਧਰਨਿਆਂ 'ਤੇ ਨਹੀਂ ਜਾਂਦੇ, ਤੁਹਾਡੇ ਪੁੱਤਾਂ ਪੋਤਰਿਆਂ ਨੇ ਧਰਨਿਆਂ 'ਤੇ ਜਾਇਆ ਕਰਨਾ ਹੈ। ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰੀਏ ਆਪਾਂ। ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਉੱਪਰ ਹੁਣ ਧਿਆਨ ਦੇ ਲਈਏ। ਮੈਨੂੰ ਪਤਾ ਹੈ ਸਾਡੀਆਂ ਇਹਨਾਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਹੈ। ਜਿੰਨਾ ਮਰਜ਼ੀ ਅਸੀਂ ਆਖੀ ਜਾਈਏ, ਜਿਹੜਾ ਮਰਜ਼ੀ, ਕਿਸਾਨ ਯੂਨੀਅਨ ਵਾਲਿਆਂ ਨੇ ਬਹੁਤ ਸਾਰਾ ਰੌਲਾ ਪਾ ਲਿਆ, ਬਹੁਤ ਕੁਝ ਕਰ ਲਿਆ। ਪਹਿਲਾਂ ਵੀ ਆਪਾਂ ਉਹਨਾਂ ਦੇ ਨਾਲ ਕਿੰਨਾ ਕੁ ਜਾਂਦੇ ਰਹੇ, ਆਪਾਂ ਸਾਰੇ ਜਾਣਦੇ ਹਾਂ। ਹੁਣ ਵੀ ਆਪਾਂ ਇਹਨਾਂ ਗੱਲਾਂ 'ਤੇ ਕਿੰਨਾ ਕੁ ਧਿਆਨ ਦੇਣਾ ਹੈ ਆਪਾਂ ਨੂੰ ਪਤਾ ਹੈ। ਪਰ ਪ੍ਰਭਾਵ ਬਹੁਤ ਮਾੜੇ ਪਾਣੇ। ਜੇ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਅਗਲੇ ਸਾਲਾਂ ਦੇ ਵਿੱਚ ਕਿਸਾਨੀ ਪਹਿਲਾਂ ਹੀ ਖਤਮ ਹੈ, ਪਹਿਲਾਂ ਹੀ ਬਰਬਾਦ ਹੋ ਰਿਹਾ ਸਭ ਕੁਝ। ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਮਾੜੇ ਦਿਨ ਆਉਣ ਵਾਲੇ ਆ। ਇਸ ਤੋਂ ਪਹਿਲਾਂ ਵੀ ਬਹੁਤ ਕੁਝ ਹੋ ਗਿਆ ਹੈ, ਬਹੁਤ ਸਾਰੀਆਂ ਚੀਜ਼ਾਂ ਕੰਮ ਕਰ ਗਈਆਂ ਨੇ। ਹੌਲੀ ਹੌਲੀ ਆਪਾਂ ਨੂੰ ਗਰਮ ਪਾਣੀ ਦੇ ਵਿੱਚ ਪਾਇਆ ਗਿਆ, ਹੁਣ ਪਾਣੀ ਉਬਲ ਗਿਆ ਹੈ। ਹੁਣ ਜਦੋਂ ਉਬਲਿਆ ਹੈ ਤਾਂ ਆਪਾਂ ਡਾਡਾ ਮਾਰਦੇ ਹਾਂ। ਜਦੋਂ ਡੀਜ਼ਲ ਦੇ ਰੇਟ ਵੱਧਦੇ ਸੀ, ਬਹੁਤ ਕੁਝ ਹੁੰਦਾ ਸੀ। ਕਿਸਾਨ ਯੂਨੀਅਨ ਵਾਲੇ 2-4 ਬੰਦੇ ਜਾ ਕੇ ਧਰਨੇ ਲਾਇਆ ਕਰਦੇ ਸੀ, ਆਪਾਂ ਕਦੀ ਉਹਨਾਂ ਦੇ ਨਾਲ ਨਹੀਂ ਗਏ, ਕੁਝ ਨਹੀਂ ਕੀਤਾ। ਹੁਣ ਅੱਗ ਜਿਹੜੀ ਹੈ ਤੁਹਾਡੇ ਘਰਾਂ ਤੱਕ ਆ ਜਾਣੀ ਹੈ। ਜੇ ਹੁਣ ਵੀ ਤੁਹਾਨੂੰ ਹਜੇ ਵੀ ਪਤਾ ਨਹੀਂ ਲੱਗਦਾ ਤਾਂ ਆਉਣ ਵਾਲੇ 2-4 ਸਾਲਾਂ ਤੱਕ ਤੁਹਾਡੇ ਬੂਹੇ ਦੇ ਅੱਗੇ ਜਿਹੜੀ ਚੀਜ਼ ਹੈ ਆ ਜਾਣੀ ਹੈ।
ਉਸ ਟਾਈਮ ਕਿਸੇ ਵੀ ਕਿਸਾਨ ਯੂਨੀਅਨ ਦੇ ਹੱਥ 'ਚ ਕੁਝ ਨਹੀਂ ਜੇ ਰਹਿ ਜਾਣਾ, ਕਿਸੇ ਦੇ ਹੱਥ 'ਚ ਕੁਝ ਨਹੀਂ ਜੇ ਰਹਿ ਜਾਣਾ। ਫਸਲਾਂ ਦੇ ਰੇਟ ਪਹਿਲਾਂ ਹੀ ਆਪਾਂ ਨੂੰ ਕੀ ਮਿਲਦੇ ਆਪਾਂ ਸਾਰੇ ਜਾਣੇ ਜਾਣਦੇ ਹਾਂ। 1509 ਜਿਨ੍ਹਾਂ ਨੇ ਇਸ ਵਾਰੀ ਲਾਈਆਂ, 11-21 ਦੇ ਰੇਟ ਹਾਲੇ ਅੱਗੇ ਆ ਗਏ, ਆਪਾਂ ਨੂੰ ਪਤਾ ਲੱਗਣੇ ਆ ਕੀ ਬਣਦਾ। 1509 30-30 25-25 ਹਜ਼ਾਰ ਰੁਪਏ ਦੀ ਕਿੱਲੇ ਦੇ ਵਿੱਚੋਂ ਹੋਈ ਏ। ਇਹ ਅੱਗ ਜਿਹੜੀ ਹੁਣ ਲੱਗੀ ਏ ਇਹ ਭਖਦੀ ਬੜੇ ਸਮੇਂ ਤੋਂ ਆਉਣ ਡਈ ਏ, ਬਹੁਤ ਸਮੇਂ ਤੋਂ ਇਹ ਚੀਜ਼ਾਂ ਜਿਹੜੀਆਂ ਵੱਧਦੀਆਂ ਆਉਣ ਡਈਆਂ ਨੇ ਹੌਲੀ ਹੌਲੀ। ਪਰ ਹੁਣ ਆ ਕੇ ਇਹ ਚੀਜ਼ਾਂ ਦੇ ਭਾਂਬੜ ਬਣਨੇ ਆ, ਸਾਰਿਆਂ ਦੇ ਉੱਪਰ ਇਸ ਚੀਜ਼ ਦਾ ਪ੍ਰਭਾਵ ਪੈਣਾ, ਇਕੱਲਾ ਜ਼ਿਮੀਂਦਾਰ ਨਹੀਂ ਹੈ ਜਿਹਦੇ ਉੱਪਰ ਪ੍ਰਭਾਵ ਪੈਣਾ। ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਆਵਾਜ਼ ਚੁੱਕਦੇ ਸਾਂ ਤਾਂ ਸਰਕਾਰ ਦੇ ਨਾਲ ਆਪਾਂ ਗੱਲ ਕਰ ਸਕਦੇ ਹਾਂ, ਕੁਝ ਕਰ ਸਕਦੇ ਹਾਂ। ਹੁਣ ਵੱਡੇ ਘਰਾਣੇ ਵਿੱਚ ਆ ਗਏ ਨੇ, ਸਰਕਾਰ ਦੇ ਨਾਲ ਰਲੇ ਨੇ। ਇੱਕੋ ਹੀ ਗੱਲ ਆ, ਪਹਿਲਾਂ ਕੱਲੀ ਸਰਕਾਰ ਖ਼ਤਮ ਕਰਨ ਦੇ ਤੁਲੀ ਸੀ, ਹੁਣ ਇਹ ਜਿਹੜੇ ਘਰਾਣੇ ਨੇ ਅੰਬਾਨੀ ਅਡਾਨੀ ਇਹਨਾਂ ਬੰਦਿਆਂ ਨੇ ਨਾਲ ਪੂਰਾ ਜ਼ੋਰ ਲਾਉਣਾ ਹੈ। ਇਹਨਾਂ ਚੀਜ਼ਾਂ ਨੇ ਹੁਣ ਜ਼ਿਮੀਂਦਾਰੀ ਖ਼ਤਮ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਜਾਣਾ ਹੈ, ਪੱਕੀ ਗੱਲ ਹੈ। ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਇਹਨਾਂ ਨੇ ਆਪਣੇ ਗੋਦਾਮ ਬਣਾਉਣੇ ਸਟਾਰਟ ਕਰ ਦਿੱਤੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਮੱਛੀ ਫਸ ਗਈ ਹੈ, ਹੁਣ ਮੱਛੀ ਨੇ ਸਾਡੇ ਕੋਲ ਆਉਣਾ ਹੀ ਆਉਣਾ ਹੈ। ਇਸ ਵਾਰੀ ਅਗਲੀ ਵਾਰੀ 1-2 ਸਾਲ ਤੁਹਾਨੂੰ ਪ੍ਰਾਈਵੇਟ ਚੰਗੇ ਰੇਟ ਮਿਲਣਗੇ, ਉਸ ਤੋਂ ਬਾਅਦ ਦੇ ਵਿੱਚ ਸਰਕਾਰੀ ਮੰਡੀ ਟੁੱਟ ਜਾਣੀ ਜੇ, ਖ਼ਤਮ ਹੋ ਜਾਣੀ ਜੇ। ਇਸ ਟਾਈਮ ਸਰਕਾਰ ਕਹਿ ਰਹੀ ਹੈ ਅਸੀਂ ਸਰਕਾਰੀ ਮੰਡੀ ਬੰਦ ਨਹੀਂ ਕਰਨੀ, ਪਰ ਜਦੋਂ ਤੁਸੀਂ ਉੱਥੇ ਜਾਣੋਂ ਹਟ ਗਏ, ਜਾਣੋਂ ਘਟ ਗਏ ਤਾਂ ਸਰਕਾਰ ਨੇ ਤੁਹਾਡੇ ਸਿਰ 'ਤੇ ਸੁੱਟ ਦੇਣਾ ਕਿ ਤੁਸੀਂ ਸਰਕਾਰੀ ਮੰਡੀ ਦੇ ਵਿੱਚ ਫਸਲ ਨਹੀਂ ਵੇਚਦੇ ਤਾਂ ਮੰਡੀ ਬੰਦ ਕਰ ਦਿੱਤੀ ਜਾਂਦੀ। ਉਸ ਟਾਈਮ ਤੁਹਾਡੇ ਕੋਲ ਕੋਈ ਰਾਹ ਨਹੀਂ ਰਹਿ ਜਾਣਾ, ਪ੍ਰਾਈਵੇਟ ਫਸਲ ਵੇਚੋਗੇ, ਮਜਬੂਰੀ ਦੇ ਵਿੱਚ ਜਿੰਨਾ ਰੇਟ ਉਹ ਤੁਹਾਨੂੰ ਦੇਣਗੇ ਉਸੇ ਹਿਸਾਬ ਦੇ ਨਾਲ ਤੁਹਾਨੂੰ ਫਸਲ ਜਿਹੜੀ ਹੈ ਵੇਚਣੀ ਪੈਣੀ ਹੈ। ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਬਹੁਤ ਸਾਰੇ ਜ਼ਿਮੀਂਦਾਰ ਆਪਣੀਆਂ ਜ਼ਮੀਨਾਂ ਇਹਨਾਂ ਨੂੰ ਲੀਜ਼ ਦੇ ਉੱਪਰ ਦੇਣਗੇ, ਇਹਨਾਂ ਨੂੰ ਠੇਕੇ 'ਤੇ ਜਿਹੜਾ ਆਪਾਂ ਕਹਿੰਦੇ ਆ, ਕਿਉਂਕਿ ਤੁਹਾਡੀਆਂ ਜੜ੍ਹਾਂ ਹੌਲੀ ਹੌਲੀ ਇਹਨਾਂ ਨੇ ਵੱਢਣੀਆਂ। 2-3 ਸਾਲਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚ ਜਾਣੀਆਂ। ਜਿਹੜਾ ਆਪਾਂ ਜੱਟ ਪੁਣੇ ਵਾਲਾ ਜ਼ਿਮੀਂਦਾਰੇ ਵਾਲਾ ਟੈਗ ਆਪਣੇ ਨਾਂ ਦੇ ਪਿੱਛੇ ਲਾਈ ਫਿਰਦੇ ਆ, ਇਹ ਲੱਥ ਜਾਣਾ ਜੇ। ਕੁਝ ਕੁ ਟਾਈਮ ਤੁਹਾਡੇ ਕੋਲੇ ਰਹਿ ਗਿਆ ਹੈ। ਗਾਣਿਆਂ ਦੇ ਵਿੱਚ ਤਾਂ ਬੜਾ ਆਪਾਂ ਸੁਣ ਲਿਆ, ਇਹ ਹੋ ਗਿਆ ਉਹ ਹੋ ਗਿਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਓ ਬਣਦਾ ਕੀ ਹੈ। ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਬੱਚੇ ਇਹਨਾਂ ਵੱਡੇ ਘਰਾਣਿਆਂ ਦੀਆਂ ਦਿਹਾੜੀਆਂ ਕਰਿਆ ਕਰਨਗੇ ਆਪਣੇ ਹੀ ਖੇਤਾਂ ਦੇ ਵਿੱਚ। ਇਹ ਗੱਲ ਪੱਕੀ ਹੈ, ਲਿਖ ਕੇ ਰੱਖ ਲਓ। ਇਹ ਚੀਜ਼ਾਂ ਬਹੁਤ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ, ਬੜੇ ਸਮੇਂ ਦੀ ਸਰਕਾਰ ਦੀ ਅੱਖ ਹੈ ਕਿ ਜ਼ਿਮੀਂਦਾਰਾ ਖ਼ਤਮ ਕੀਤਾ ਜਾਵੇ, ਪ੍ਰਾਈਵੇਟ ਘਰਾਣੇ ਲਿਆਂਦੇ ਜਾਣ ਵੱਡੇ, ਉਹਨਾਂ ਨੂੰ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਲੀਜ਼ 'ਤੇ ਦਵਾਈਆਂ ਜਾਣ। ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ ਇੱਥੇ ਧੱਕੇਸ਼ਾਹੀ ਸ਼ੁਰੂ ਹੋ ਜਾਣੀ ਆ, ਧੱਕੇਸ਼ਾਹੀ ਚੱਲਣੀ ਆ। ਛੋਟੇ ਜ਼ਿਮੀਂਦਾਰ ਨੂੰ ਦਬਾਇਆ ਜਾਣਾ ਹੈ, ਉਹਦੀ ਫਸਲ ਜਿਹੜੀ ਹੈ ਸਹੀ ਰੇਟ 'ਤੇ ਨਹੀਂ ਖਰੀਦੀ ਜਾਣੀ। ਆਪਾਂ ਉਹਨਾਂ ਕੋਲੋਂ ਜ਼ਮੀਨ ਵੀ ਨਹੀਂ ਲੈ ਸਕਦੇ ਆ। ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਹੱਥ ਵੱਢ ਦੇਣੇ ਆ, ਨਾ ਆਪਾਂ ਇੱਧਰ ਜੋਗੇ ਨਾ ਉੱਧਰ ਜੋਗੇ। ਇਸ ਕਰਕੇ ਹੁਣ ਆਪਾਂ ਆਪਣੇ ਘਰਾਂ ਤੋਂ ਬਾਹਰ ਨਿਕਲੀਏ, ਨਾਲ ਤੁਰੀਏ, ਇਹੀ ਇੱਕ ਹੱਲ ਆਪਣੇ ਹੱਥ ਦੇ ਵਿੱਚ ਰਹਿ ਗਿਆ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੰਗਰੇਜ਼ੀ ਰਾਜ ਹੋਇਆ ਕਰਦਾ ਸੀ ਉਹੀ ਚੀਜ਼ ਹੋ ਜਾਣੀ ਹੈ। ਧੱਕੇਸ਼ਾਹੀ ਤੁਹਾਡੇ ਨਾਲ ਫੁੱਲ ਹੋਣੀ ਹੈ ਆਉਣ ਵਾਲੇ ਸਾਲਾਂ ਦੇ ਵਿੱਚ, ਤੇ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ। ਸਾਰੇ ਉੱਪਰ ਜਿੰਨੇ ਵੀ ਵਰਗ ਨੇ ਵੱਡੇ ਉਹ ਇਹਨਾਂ ਦੇ ਹੋਣੇ ਆ, ਕਿਸੇ ਅਫਸਰ ਕੋਲ ਨਹੀਂ ਤੁਸੀਂ ਜਾ ਸਕਦੇ, ਕੁਝ ਨਹੀਂ ਕਰ ਸਕਦੇ। ਇਸ ਕਰਕੇ ਹੁਣ ਹੀ ਇੱਕੋ ਮੌਕਾ ਰਹਿ ਗਿਆ ਆਪਣੇ ਕੋਲ, ਸਿਰਫ ਇੱਕੋ ਮੌਕਾ ਕਿ ਹੁਣ ਆਪਾਂ ਨਾਲ ਤੁਰੀਏ। ਇਹਦੇ ਤੋਂ ਬਾਅਦ ਦੇ ਵਿੱਚ ਕੁਝ ਨਹੀਂ ਜੇ ਹੋਣਾ, ਕਿਸੇ ਸਰਕਾਰ ਨੇ ਕੁਝ ਨਹੀਂ ਜੇ ਕਰਨਾ। ਸਰਕਾਰ ਨੂੰ ਸਭ ਪਤਾ ਹੈ ਇਹਨਾਂ ਚੀਜ਼ਾਂ ਦੇ ਉੱਪਰ। ਉਹਨਾਂ ਬੰਦਿਆਂ ਨੇ ਪਹਿਲਾਂ ਧਿਆਨ ਦੇਣਾ ਹੈ ਕਿ ਜੇ ਕਿਸਾਨ ਬਾਅਦ ਦੇ ਵਿੱਚੋਂ ਦੀ ਤੜਫਣ ਲੱਗਦਾ ਹੈ ਤਾਂ ਅਸੀਂ ਕੀ ਕਰਨਾ ਹੈ। ਇਹ ਤੁਹਾਡੀਆਂ ਜੜ੍ਹਾਂ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਵੱਢਣੀਆਂ ਕਿ ਤੁਸੀਂ ਕਿਸੇ ਬੰਨੇ ਵੀ ਨਾ ਜਾ ਸਕੋ। ਹੁਣ ਟਾਈਮ ਜੇ ਧਿਆਨ ਦੇ ਲਈਏ ਇਹਨਾਂ ਆਪਣੀਆਂ ਗੱਲਾਂ ਨੂੰ। ਜਿੰਨੇ ਤੁਹਾਡੇ ਨਾਲ ਕਿਸਾਨ ਹੈਗੇ ਨੇ, ਰਿਸ਼ਤੇਦਾਰ, ਜਿਹੜਾ ਮਰਜ਼ੀ ਹੈ, ਉਹਦੇ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ, ਜਾਂ ਖੁਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਤੱਕ ਖੁਦ ਗੱਲਾਂ ਇਹ ਜਿਹੜੀਆਂ ਪਹੁੰਚਾਓ ਕਿ ਕੀ ਪ੍ਰਭਾਵ ਇਹਨਾਂ ਚੀਜ਼ਾਂ ਦੇ ਅੱਗੇ ਜਾ ਕੇ ਪੈਣੇ ਆ। ਐਂਡ ਦੇ ਵਿੱਚ ਤਾਂ ਜੋ ਹੋਣਾ ਹੈ ਵੇਖੀ ਜਾਵੇਗੀ, ਪਰ ਆਪਾਂ ਆਪਣਾ ਇੱਕ ਵਾਰੀ ਜ਼ੋਰ ਜਿਹੜਾ ਲਾ ਲਈਏ। ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।